ਦੋਸਤੋ ਤੁਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਕੋਈ ਵੀ ਫਾਰਮ ਜਮ੍ਹਾਂ ਕਰਵਾਉਂਦੇ ਹੋ, ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਯਾਰ ਤੁਸੀਂ ਉਹਦੇ 'ਚ ਗਲਤੀ ਕਰ ਲਈ ਹੈ, ਕੋਈ ਸਪੈਲਿੰਗ ਦੀ ਗਲਤੀ ਹੋ ਗਈ ਹੈ, ਕੋਈ ਤਾਰੀਖ ਦੀ ਗਲਤੀ ਹੋ ਗਈ ਹੈ, ਕੋਈ ਐਡਰੈਸ ਦੀ ਗਲਤੀ ਹੋ ਗਈ ਹੈ। ਹੁਣ ਉਸ ਗਲਤੀ ਨੂੰ ਕਿਸ ਨਾਲ ਠੀਕ ਕਰਨਾ ਹੈ, ਸਟੈਪ ਬਾय ਸਟੈਪ ਪੂਰਾ ਪ੍ਰੋਸੈਸ ਦੱਸਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵੀਡੀਓ ਨੂੰ ਆਖਰ ਤੱਕ ਦੇਖਣਾ। ਪਹਿਲੀ ਗੱਲ ਸਭ ਤੋਂ ਇੰਪੋਰਟੈਂਟ ਕਲੀਅਰ ਕਰਦਾ ਕਿ ਜਦੋਂ ਤੁਸੀਂ ਕੋਈ ਵੀ ਫਾਰਮ ਫਿਲ ਕਰਦੇ ਹੋ ਉਹਨੂੰ 2-3 ਦਫਾ ਚੈੱਕ ਕਰ ਲਿਆ ਕਰੋ, ਉਹ ਬਿਹਤਰ ਹੁੰਦਾ ਹੈ, ਜਾਂ ਕਿਸੇ ਕੋਲੋਂ ਚੈੱਕ ਕਰਵਾ ਲਿਆ ਕਰੋ। ਇੱਕ ਗੱਲ। ਦੂਸਰੀ ਗੱਲ ਹੈ ਵੇ ਕਿ ਤੁਸੀਂ ਅਗਰ ਕਿਸੇ ਕੋਲੋਂ ਫਿਲ ਕਰਵਾਉਂਦੇ ਹੋ ਤੇ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਉਹ ਬੰਦੇ ਨੂੰ ਫਾਰਮ ਫਿਲ ਕਰਨ ਦਾ ਐਕਸਪੀਰੀਅੰਸ ਹੈਗਾ ਕਿ ਨਹੀਂ। ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ, ਇਹ ਨਹੀਂ ਕਿ ਜੀ ਉਹ ਬਹੁਤ ਪੜ੍ਹਿਆ ਲਿਖਿਆ ਬੰਦਾ ਹੈ ਤੇ ਉਹਨੂੰ ਫਾਰਮ ਫਿਲ ਕਰਨਾ ਨਹੀਂ ਆਉਂਦਾ ਹੋਏਗਾ, ਇਹ ਬਿਲਕੁਲ ਵੀ ਸਹੀ ਨਹੀਂ ਹੈਗਾ। ਇਹਦੇ ਵਾਸਤੇ ਟੈਕਨੀਕਲ ਜਵਾਬ ਹੁੰਦੇ ਨੇ, ਇਹਦੇ ਵਾਸਤੇ ਤਜਰਬਾ ਜ਼ਿਆਦਾ ਜ਼ਰੂਰੀ ਹੈ। ਇਹ ਵੀ ਨਹੀਂ ਕਿ ਵੀ ਇਹ ਬੰਦਾ 25 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ, ਇਹਨੂੰ ਸਭ ਪਤਾ ਹੈ ਤੇ ਇਹਦੇ ਕੋਲ ਅਸੀਂ ਫਾਰਮ ਫਿਲ ਕਰਾ ਲਈਏ। ਨੋ, ਫਾਰਮ ਫਿਲ ਕਰਨਾ, ਅਮਰੀਕਾ 'ਚ 25 ਸਾਲ ਤੋਂ ਰਹਿਣਾ ਜਾਂ ਤਲੀਮ ਯਾਫਤਾ ਹੋਣਾ, ਟੋਟਲੀ ਡਿਫਰੈਂਟ ਚੀਜ਼ਾਂ ਨੇ। ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ, ਇਸ ਚੀਜ਼ ਦਾ ਖਿਆਲ ਰੱਖਣਾ। ਹੁਣ ਆਨੇ ਆਪਣੇ ਮੌਜੂ ਵੱਲ। ਪਹਿਲੀ ਗੱਲ ਯਾਦ ਰੱਖੋ, ਅਗਰ ਤੁਸੀਂ I-130 ਜਮ੍ਹਾਂ ਕਰਵਾਇਆ ਹੈ, ਇਹ ਤੁਹਾਡਾ ਕੇਸ ਇਨੀਸ਼ੀਅਲ ਸਟੇਜ ਤੇ ਤੁਸੀਂ ਇਹ ਤੁਹਾਡਾ I-130 ਅਪਰੂਵ ਨਹੀਂ ਹੋਇਆ, ਫਿਰ ਤੁਸੀਂ ਕੀ ਕਰਨਾ, ਤੁਸੀਂ ਇੱਕ ਲੈਟਰ ਲਿਖਣਾ, ਉਹਦੇ ਵਿੱਚ ਤੁਸੀਂ ਆਪਣਾ ਮਸਲਾ ਦੱਸਣਾ, ਆਪਣਾ ਕੇਸ ਨੰਬਰ ਲਿਖਣਾ ਹੈ, ਆਪਣਾ ਪੂਰਾ ਫਾਈਲਿੰਗ ਡੇਟ, ਨਾਮ, ਪਤਾ, ਡੇਟ ਆਫ ਬਰਥ, ਹਰ ਚੀਜ਼ ਲਿਖ ਕੇ ਫਿਰ ਨਾਲ ਦੇ ਇੱਕ ਹੋਰ ਲੈਟਰ ਲੈਣਾ ਕਰੈਕਸ਼ਨ ਵਾਲਾ, ਜਾਂ ਇੱਕੋ ਲੈਟਰ ਦੇ ਵਿੱਚ ਹੀ ਤੁਸੀਂ ਇਹ ਸਾਰਾ ਕੰਮ ਕਰ ਸਕਦੇ ਹੋ ਕਿ ਬਈ ਮੈਂ ਨਾਂ ਲਿਖ ਦਿੱਤਾ ਇਹ ਵਾਲਾ, ਬੇਸਿਕਲੀ ਉਹਦੇ ਸਪੈਲਿੰਗ ਐ ਸਨ, ਮੈਂ ਡੇਟ ਲਿਖ ਦਿੱਤੀ ਇਹ ਵਾਲੀ, ਬੇਸਿਕਲੀ ਡੇਟ ਐ ਸੀ। ਇਹ ਸਾਰੀਆਂ ਕਰੈਕਸ਼ਨਾਂ, ਯਾਨੀ ਜਿਹੜਾ ਗਲਤ ਲਿਖਿਆ ਪਹਿਲੇ ਉਹ ਲਿਖੋ, ਨਾਲ ਅੱਗੇ ਕਰੈਕਸ਼ਨ ਲਿਖੋ। ਇਹ ਲਿਖ ਕੇ ਤੁਸੀਂ USCIS ਦਾ ਅਗਰ ਆਨਲਾਈਨ ਅਕਾਊਂਟ ਬਣਾਇਆ ਉਹਦੇ 'ਚ ਜਮ੍ਹਾਂ ਕਰਾ ਦਿਓ, ਅਗਰ ਡਾਕ 'ਚ ਭੇਜਣਾ ਤੇ ਸਰਟੀਫਾਈਡ ਡਾਕ 'ਚ ਭੇਜ ਦਿਓ। ਹਮੇਸ਼ਾ ਕਹਿੰਦਾ ਜੋ ਵੀ USCIS ਜਾਂ ਕਿਸੇ ਵੀ ਸਰਕਾਰੀ ਮਹਿਕਮੇ ਨੂੰ ਚੀਜ਼ ਭੇਜੋ ਉਹ ਸਰਟੀਫਾਈਡ ਮੇਲ ਤੋਂ ਭੇਜੋ, ਨਾਲ ਇੱਕ ਗ੍ਰੀਨ ਕਲਰ ਦਾ ਕਾਰਡ ਲੱਗਦਾ ਉਹ ਲਾਓ, ਤਾਂ ਕਿ ਤੁਹਾਨੂੰ ਕਨਫਰਮ ਹੋ ਜਾਏ ਕਿ ਵੀ ਇਹ ਵਸੂਲ ਹੋ ਗਈ ਹੈ। $2-4 ਜ਼ਿਆਦਾ ਲੱਗ ਜਾਣਗੇ ਲੇਕਿਨ ਤਸੱਲੀ ਹੋ ਜਾਂਦੀ ਹੈ। ਉਹ ਕਰਨ ਤੋਂ ਬਾਅਦ ਤੁਸੀਂ 1 ਮਹੀਨੇ ਬਾਅਦ ਵੈਰੀਫਾਈ ਕਰ ਲੈਣਾ, ਉਹਨਾਂ ਨੂੰ ਅਪਡੇਟ ਲੈ ਲੈਣੀ ਹੈ ਵੀ ਮੇਰੀ ਕਰੈਕਸ਼ਨ ਤੁਸੀਂ ਕਰ ਦਿੱਤੀ ਹੈ, ਇਹ ਪਿੱਛੇ ਪੈ ਕੇ ਇਹ ਕੰਮ ਕਰਵਾਉਣਾ ਹੈ। ਵੈਸੇ ਤਾਂ ਉਹ ਕਰ ਦਿੰਦੇ ਨੇ ਲੇਕਿਨ ਫਿਰ ਵੀ ਤੁਸੀਂ ਇਹਦੀ ਕਰ ਲੈਣੀ। ਹੁਣ ਤੁਸੀਂ ਕਹਿੰਦੇ ਹੋ ਨਹੀਂ ਯਾਰ ਮੈਂ ਤੇ ਇਸ ਸਟੇਜ ਤੋਂ ਅੱਗੇ ਨਿਕਲ ਗਿਆ ਵਾਂ, ਮੇਰਾ ਕੇਸ ਤੇ ਅਪਰੂਵ ਹੋ ਕੇ NVC ਚਲਾ ਗਿਆ, ਉਹ ਤੇ ਬਹੁਤ ਹੀ ਅੱਛਾ ਕੰਮ ਹੈ। ਉਹਦੀ ਵਜ੍ਹਾ ਹੈ ਕਿ NVC 'ਚ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਸਾਰੀ ਕਰੈਕਸ਼ਨ ਕਰ ਸਕਦੇ ਹੋ, ਤੁਸੀਂ ਫਾਰਮ ਫਿਲ ਕਰਨਾ, ਤੁਸੀਂ ਸਾਰਾ ਕੁਝ ਕਰਨਾ ਹੈ, ਡਾਕੂਮੈਂਟਸ ਲਾਣੇ ਨੇ। ਸਭ ਤੋਂ ਅੱਛਾ ਮਰਹਲਾ ਹੀ NVC ਹੁੰਦਾ ਹੈ। NVC ਦੇ ਵਿੱਚ ਤੁਸੀਂ ਜਨਾਬ ਆਪਣੀ ਸਾਰੀ ਕਰੈਕਸ਼ਨ ਕਰਕੇ ਫਾਰਮ ਭੇਜ ਦਿਓ, ਤੁਸੀਂ ਬਰੀਉਲ ਜ਼ਿੰਮਾ ਹੋ ਗਏ। ਲੇਕਿਨ ਹੁਣ ਕੁਝ ਲੋਕ ਅੱਜ ਇਹ ਵੀਡੀਓ ਦੇਖ ਰਹੇ ਹੋਣਗੇ, ਉਹਨਾਂ ਨੇ DS-260 ਜਾਂ DS-160 ਜਮ੍ਹਾਂ ਕਰਵਾ ਦਿੱਤਾ ਹੋਏਗਾ, ਫਿਲ ਕਰਕੇ ਉਹ ਲੌਕ ਹੋ ਗਿਆ। ਹੁਣ ਉਹ ਸੋਚਦੇ ਹੋਣਗੇ ਯਾਰ ਅਸੀਂ ਕੀ ਕਰੀਏ। ਅਸੀਂ ਤੇ ਅੱਜ ਬੋਬੀ ਭਾਈ ਦੀ ਵੀਡੀਓ ਦੇਖ ਰਹੇ ਹਾਂ, ਸਾਡਾ ਤੇ ਉਹਦੇ 'ਚ ਗਲਤੀ ਹੋ ਗਈ ਹੈ। ਉਹਦਾ ਪਹਿਲਾ ਹੱਲ ਹੈ ਵੇ ਕਿ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ NVC ਨੂੰ ਕਿ ਸਾਡਾ ਫਾਰਮ ਅਨਲੌਕ ਕੀਤਾ ਜਾਏ। ਅਨਲੌਕ ਕਰੋ ਤਾਂ ਕਿ ਅਸੀਂ ਇਹਨੂੰ ਕਰੈਕਸ਼ਨ ਕਰ ਲਈਏ। ਹੁਣ ਉਹਦਾ ਜਵਾਬ ਹੀ ਨਹੀਂ ਉਹ ਦਿੰਦੇ, ਜਾਂ ਉਹ ਕਹਿੰਦੇ ਨੇ ਅਸੀਂ ਅਨਲੌਕ ਨਹੀਂ ਕਰਨਾ, ਚਲਾ ਗਿਆ, ਦੇਰ ਹੋ ਗਈ, ਹੁਣ ਤਾਂ ਇੰਟਰਵਿਊ ਦਾ ਟਾਈਮ ਆ ਗਿਆ, ਕੁਝ ਵੀ ਹੁੰਦਾ, ਤੁਹਾਡਾ ਅਨਲੌਕ ਨਹੀਂ ਹੁੰਦਾ। ਫਿਰ ਤੀਸਰਾ ਮਰਹਲਾ ਇਹ ਵੇ ਕਿ ਜਦੋਂ ਤੁਸੀਂ ਇੰਟਰਵਿਊ 'ਚ ਜਾਣਾ ਹੈ ਤੇ ਆਪਣੇ ਸਾਰੇ ਡਾਕੂਮੈਂਟਸ ਐਵੀਡੈਂਸ ਵਾਲੇ ਨਾਲ ਲੈ ਕੇ ਜਾਣੇ ਨੇ। ਪਹਿਲੀ ਗੱਲ, ਇੱਕ ਲੈਟਰ ਬਣਾ ਲਓ, ਜ਼ਿਆਦਾ ਬਿਹਤਰ ਹੈ ਕਿ ਵੀ ਇਹ ਮੈਂ ਗਲਤੀ ਕਰਤੀ ਸੀ, ਉਹਦੀ ਕਰੈਕਸ਼ਨ ਇਹ ਹੈਗੀ ਹੈ। ਨਾਲ ਸਬੂਤ ਹੋਣ, ਸਬੂਤ ਹੈ ਤੁਸੀਂ 3 ਮਰਹਲਿਆਂ 'ਚ ਦੇਣੇ ਨੇ। ਨਾਲ ਤੁਸੀਂ ਸਬੂਤ ਲੈ ਕੇ ਜਾ ਕੇ ਹੁਣ ਉੱਥੇ ਬੈਠਦੇ ਹੀ ਪਹਿਲਾ ਕੰਮ ਇਹ ਕਰਨਾ ਹੈ ਕਿ ਉਹਨੂੰ ਦੱਸਣਾ ਹੈ। ਇੰਤਜ਼ਾਰ ਨਹੀਂ ਕਰਨਾ ਕਿ ਆਖਰ ਤੇ ਦੱਸਾਂਗਾ ਜਾਂ ਕੁਛ। ਅਗਰ ਇੰਟਰਵਿਊ ਖਤਮ ਹੋ ਗਿਆ ਔਰ ਤੁਸੀਂ ਨਾ ਦੱਸਿਆ, ਉਹਨੇ ਤਾਂ ਨਹੀਂ ਤੁਹਾਡੇ ਕੋਲ ਪੁੱਛਣਾ, ਉਹਨੂੰ ਤਾਂ ਨਹੀਂ ਪਤਾ ਨਾ ਗੱਲ ਦਾ। ਬੈਠਦੇ ਹੀ ਪਹਿਲੇ ਕਰਨਾ ਐਕਸਕਿਊਜ਼ ਮੀ ਸਰ, ਇੱਕ ਕਰੈਕਸ਼ਨ ਪਹਿਲੇ ਕਰਨਾ ਚਾਹਨਾ, ਇਹ ਮਸਲਾ ਹੈ, ਇਹਨੂੰ ਜ਼ਰਾ ਪਲੀਜ਼ ਤੁਸੀਂ ਪਹਿਲੇ ਠੀਕ ਕਰ ਲਓ, ਉਸ ਤੋਂ ਬਾਅਦ ਅੱਗੇ ਚਲਾਂਗੇ। ਉਹ ਤੁਹਾਡੇ ਕੋਲ ਕਾਗਜ਼ ਲੈ ਲੇਗਾ, ਜੋ ਵੀ ਉਹ ਸਿਸਟਮ ਕਰੇਗਾ ਕਰ ਲੇਗਾ। ਇਹ ਤੀਸਰਾ ਮਸਲਾ ਤੁਹਾਡਾ ਹੱਲ ਹੋ ਗਿਆ। ਅਗਰ ਤੁਸੀਂ ਹੁਣ ਕਿਸੇ ਵੀ ਸਟੇਜ ਤੇ ਹੋ, 3 ਸਟੇਜ ਮੈਂ ਤੁਹਾਨੂੰ ਦੱਸਦੇ ਨੇ, ਉਸ ਹਿਸਾਬ ਨਾਲ ਤੁਸੀਂ ਆਪਣੀ ਕਰੈਕਸ਼ਨ ਕਰ ਸਕਦੇ ਹੋ। ਇਹ ਬੜਾ ਇੰਪੋਰਟੈਂਟ ਕੰਮ ਹੁੰਦਾ ਹੈ। ਪਹਿਲੇ ਮਰਹਲੇ 'ਚ ਹੀ ਕੋਸ਼ਿਸ਼ ਕਰੋ, ਜਦੋਂ ਫਿਲ ਕਰੋ ਪੂਰੀ ਇਹਤਿਆਤ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।